ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਹਰ ਤਰ੍ਹਾਂ ਦੇ ਰੋਗ ਦਾ ਦਾਰੂ ਹੈ, ਪਰ ਆਪਣੇ ਮਨ ਦੀ ਖੋਜ ਕਰਕੇ ਆਪਣੇ ਰੋਗ ਨੂੰ ਪਛਾਣ ਕੇ ਉਸ ਦੀ ਨਿਵਰਤੀ ਲਈ ਉਸੇ ਰੋਗ ਦਾ ਦਾਰੂ ਕਰਨਾ ਠੀਕ ਹੁੰਦਾ ਹੈ। ਜਿਵੇਂ ਅੱਖਾਂ ਦੀ ਪੀੜ ਵਾਲੇ ਨੂੰ ਫੋੜੇ ਦੀ ਮਲਮ ਦਾ ਕੀ ਗੁਣ। ਜੇ ਤਾਂ ਕਿਸੇ ਨੇ ਕੇਵਲ ਸਮਝ ਸੁਧਾਰਨੀ ਹੋਵੇ ਅਰ ਸਦਾਚਾਰ ਸਿੱਖਣਾ ਹੋਵੇ, ਤਦ ਤਾਂ ਭਲਾਈ ਦੇ ਸਾਧਾਰਣ ਉਪਦੇਸ਼ ਲਾਭਦਾਇਕ ਹੁੰਦੇ ਹਨ। ਪਰ ਜੇ ਕਿਸੇ ਸਾਧਨ ਕਰਕੇ ਆਤਮ ਵਿਦਿਆ ਵਿੱਚ ਕਲਿਆਣ ਦੇ ਦਰਜੇ ਤੇ ਅਪੜਨਾ ਹੋਵੇ, ਤਦ ਉਸ ਦੀ ਸਮਝ ਕਰਨੀ ਤੇ ਮਨ ਦੀ ਮੈਲ ਦੀ ਦਸ਼ਾ ਵਿਚਾਰ ਕੇ ਦਾਰੂ ਦੇਣਾ ਠੀਕ ਹੁੰਦਾ ਹੈ। ਇਸ ਵਿਚਾਰ ਨੂੰ ਖੋਲ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਹੁਤ ਸੋਹਣੀ ਵਾਰਤਾਲਾਪ ਲਿਖੀ ਹੈ ਕਿ ਇੱਕ ਸਿੰਧੀ ਸਿੱਖ ਸੀ, ਬੜਾ ਪੈਸੇ ਵਾਲਾ। ਉਹ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਪਹੁੰਚਾ। ਉੱਥੇ ਉਸਨੂੰ ਜੋ ਉਪਦੇਸ਼ ਮਿਲਿਆ, ਉਸਨੇ ਉਸਦੀ ਕਮਾਈ ਕਰਕੇ ਉਸ ਤੋਂ ਸੁੱਖ ਵੀ ਪ੍ਰਾਪਤ ਕਰ ਲਿਆ। ਪਰ ਫਿਰ ਇੱਕ ਦਿਨ ਕਥਾ ਵਿੱਚ ਉਸਨੇ ਸੁਣਿਆ ਕਿ ਨਾਮ ਤੁਲ ਕਛ ਅਵਰ ਨਾ ਹੋਏ, ਤਾਂ ਉਸ ਦੇ ਅੰਦਰ ਦਿਲਗੀਰੀ ਆ ਗਈ ਕਿ ਇੱਥੇ ਤਾਂ ਕੁਝ ਹੋਰ ਲਿਖਿਆ ਹੈ ਤੇ ਮੈਨੂੰ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਨੇ ਕੁਝ ਹੋਰ ਹੀ ਉਪਦੇਸ਼ ਦਿੱਤਾ ਹੈ। ਸੋ ਇਸ ਪੱਖ ਨੂੰ ਉਜਾਗਰ ਕਰਨ ਲਈ ਆਓ ਅੱਜ ਦੀ ਇਹ ਵਾਰਤਾਲਾਪ ਸਰਵਣ ਕਰੀਏ। ਪਹਿਲਾਂ ਅਸੀਂ ਦੇਖਾਂਗੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਸਿੰਧੀ ਸਿੱਖ ਨੂੰ ਕੀ ਉਪਦੇਸ਼ ਦਿੱਤਾ ਸੀ, ਤੇ ਅੱਗੋਂ ਜੋ ਕਥਾ ਵਿੱਚ ਉਸਨੇ ਸਰਵਣ ਕੀਤਾ, ਉਸ ਦਾ ਭਾਵ ਕਿਵੇਂ ਉਜਾਗਰ ਹੋਇਆ। ਆਓ ਪਿਆਰ ਨਾਲ ਸਰਵਣ ਕਰੀਏ। ਨਿੱਕੀ ਨਿੱਕੀ ਫੁਹਾਰ ਪੈ ਕੇ ਹਟੀ ਹੈ, ਬਦਲਾਂ ਦੀ ਇੱਕ ਬਜਵੀਂ ਪੰਗੜ ਟੁੱਟ ਕੇ ਆਕਾਸ਼ ਦਾ ਨੀਲ ਅਨੇਕ ਥਾਈਂ ਧੋਤਾ ਹੋਇਆ ਸਾਫ਼ ਨਿਖਰ ਆਇਆ, ਤੇ ਇਸ ਦੀ ਚਮਕ ਦੀ ਛਬੀ ਵਿੱਚ ਡਲ ਡਲ ਕਰਦਾ ਨਿਕਲਿਆ ਚੰਦਰਮਾ ਸਾਰੇ ਚਾਂਦਨੀ ਪਸਾਰ ਰਿਹਾ ਹੈ। ਸਾਈਂ ਦਾਸ ਜੀ ਹਰਮੰਦਰ ਜੀ ਦੀ ਪਰਿਕਰਮਾ ਵਿੱਚ ਪ੍ਰਾਰਥਨਾ ਵਿੱਚ ਜੁੜੇ ਬੈਠੇ ਸੇ ਕਿ ਇੱਕ ਸਿੰਧੀ ਸਿੱਖ ਟੋਲਦਾ ਟੋਲਦਾ ਕੋਲ ਆ ਬੈਠਾ। ਜਦ ਆਪ ਦੇ ਨੇਤਰ ਖੁੱਲੇ ਤਦ ਆਖਣ ਲੱਗਾ, ਗੁਰੂ ਗੁਸਾਈਂ ਦੇ ਪਰਮ ਪ੍ਰੀਤਮ ਜੀ, ਦਾਸ ਦੀ ਇੱਕ ਬੇਨਤੀ ਹੈ। ਸਾਈਂ ਦਾਸ, ਆਗਿਆ ਕਰੋ ਸੱਜਣ ਜੀ। ਸਿੰਧੀ, ਜਦੋਂ ਮੈਂ ਪੰਜਵੇਂ ਸਤਿਗੁਰਾਂ ਪਾਸ ਹਾਜ਼ਰ ਹੋਇਆ ਸੀ, ਤਦ ਉਹਨਾਂ ਨੇ ਆਗਿਆ ਕੀਤੀ ਸੀ ਕਿ ਤੇਰਾ ਵਿਵਹਾਰ ਕਿਸ ਤਰ੍ਹਾਂ ਦਾ ਹੈ। ਦਾਸ ਨੇ ਦੱਸਿਆ ਸੀ ਕਿ ਜੀ ਖਾਣ ਪੀਣ ਪਹਿਨਣ, ਆਨੰਦ ਹੁਲਾਸ ਮੋਜਾਂ ਮਾਣਨ ਜੋਗਾ ਪਦਾਰਥ ਬਹੁਤ ਹੈ, ਔਰ ਇਨ੍ਹਾਂ ਵਿੱਚ ਹੀ ਕਾਲ ਬਤੀਤ ਹੁੰਦਾ ਹੈ। ਮੈਂ ਆਪ ਦੇ ਦਰਸ਼ਨਾਂ ਨੂੰ ਸ਼ਰਧਾ ਧਾਰ ਕੇ ਤਾਂ ਨਹੀਂ ਆਇਆ ਸਾਂ। ਕੁਝ ਦੇਖਾ ਦੇਖੀ, ਕੁਝ ਸੈਰ ਤੇ ਕੁਝ ਦੇਸ਼ ਦਾ ਤਮਾਸ਼ਾ ਸਮਝ ਕੇ ਆਇਆ ਸਾਂ, ਪਰ ਆਪ ਦੇ ਦਰਸ਼ਨ ਕਰਕੇ ਮੈਨੂੰ ਮੌਤ ਦਾ ਭੈ ਪੈ ਗਿਆ ਹੈ ਕਿ ਇਹ ਮੇਰੇ ਸੁੱਖ ਤੇ ਹੁਲਾਸ ਮੁੱਕ ਜਾਣੇ ਹਨ। ਮੌਤ ਨੇ ਇੱਥੇ ਸਦਾ ਲਈ ਨਹੀਂ ਠਹਿਰਨ ਦੇਣਾ। ਕੋਈ ਮੈਨੂੰ ਵੀ ਉਪਰਾਲਾ ਦੱਸੋ। ਤਦੋਂ ਸ੍ਰੀ ਗੁਰੂ ਜੀ ਨੇ ਕਿਰਪਾ ਕਰਕੇ ਮੈਨੂੰ ਆਗਿਆ ਕੀਤੀ ਕਿ ਪੁਰਖਾ, ਇਹ ਤੇਰੇ ਤੇ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਜੋ ਤੈਨੂੰ ਆਪਣੇ ਨਾ ਰਹਿਣ ਦੀ ਸੋਝੀ ਹੋ ਆਈ ਹੈ। ਪਰ ਹੁਣ ਜੇ ਤੂੰ ਇਹ ਚਾਹੁੰਦਾ ਹੈ ਕਿ ਤੇਰੀਆਂ ਮੌਜਾਂ ਸਦਾ ਰਹਿਣ, ਤਦ ਇੱਕ ਭੇਦ ਸਮਝ। ਜੋ ਭੋਗ ਤੂੰ ਭਾਲਦਾ ਤੇ ਭੋਗਦਾ ਹੈ, ਉਹ ਮਨ ਦੇ ਪ੍ਰਸੰਨ ਕਰਨ ਲਈ ਹੁੰਦੇ ਹਨ। ਪਰ ਜੇ ਤੂੰ ਇਹ ਸਮਝ ਲਵੇਂ ਕਿ ਮਨ ਦੀ ਪ੍ਰਸੰਨਤਾ ਮੇਰਾ ਪ੍ਰਯੋਜਨ ਹੈ ਤੇ ਭੋਗ ਭੋਗਣੇ ਮੇਰਾ ਪ੍ਰਯੋਜਨ ਨਹੀਂ, ਤਦ ਤੂੰ ਇਸ ਡਰ ਤੋਂ ਵੀ ਛੁੱਟ ਸਕਦਾ ਹੈ ਕਿ ਮੇਰੇ ਭੋਗ ਮੌਤ ਨੇ ਛੁਡਾ ਦੇਣੇ ਹਨ। ਇਹ ਤਾਂ ਸੱਚ ਹੈ ਕਿ ਮੌਤ ਦੇ ਆਇਆਂ ਭੋਗ ਮਿਟ ਜਾਣਗੇ, ਪਰ ਮਨ ਦੀ ਖੁਸ਼ੀ ਜਾਂ ਰੰਜ ਇਹ ਮੌਤ ਵੀ ਨਹੀਂ ਮੇਟ ਸਕਦੀ। ਸੋ ਜੇ ਤੂੰ ਦ੍ਰਿੜ ਕਰ ਸਮਝੇ ਕਿ ਮਨ ਦੀ ਪ੍ਰਸੰਨਤਾ ਦੀ ਲੋੜ ਹੈ, ਭੋਗਾਂ ਦੀ ਇੱਕ ਤਾਂ ਭੋਗ ਮਾਤਰ ਲਈ ਕੋਈ ਲੋੜ ਨਹੀਂ ਹੈ, ਦੂਜੇ ਮੁੱਕ ਜਾਣੇ ਹਨ, ਤੇ ਤੀਜੇ ਭੋਗਾਂ ਦੇ ਮਗਰੋਂ ਮਨ ਨੂੰ ਖੁਸ਼ੀ ਵੀ ਨਹੀਂ ਰਹਿੰਦੀ, ਤਦ ਇੱਕ ਜੁਗਤ ਨਾਲ ਮਨ ਦੀ ਪ੍ਰਸੰਨਤਾ ਤੇਰੇ ਅੰਦਰ ਬਿਨਾਂ ਇਹਨਾਂ ਨਕਾਰੇ ਕਰ ਦੇਣ ਵਾਲੇ ਭੋਗਾਂ ਦੇ ਠਹਿਰ ਸਕਦੀ ਹੈ। ਮੈਂ ਭੈ ਤੇ ਸ਼ਰਧਾ ਨਾਲ ਨਿਮਾਣਾ ਹੋ ਕੇ ਚਰਨੀ ਟਹਿ ਪਿਆ ਤੇ ਆਖਿਆ, ਹੇ ਕਰੁਣਾ ਨਿਧੇ, ਜੇ ਐਸੀ ਦਇਆ ਕਰੋ ਤਦ ਹੋਰ ਕੀ ਚਾਹੀਏ।
ਆਪ ਫਿਰ ਆਗਿਆ ਕਰਨ ਲੱਗੇ ਕਿ ਹੇ ਸੁਖ ਦੇ ਢੂੰਡਾਊ, ਸੁਖ ਲੈਣ ਵਿੱਚ ਹੀ ਨਹੀਂ ਹੈ, ਸੁਖ ਦੇਣ ਵਿੱਚ ਵੀ ਹੈ ਤੇ ਵਧੇਰੇ ਹੈ। ਤੂੰ ਆਪਣੀ ਮਾਇਆ ਤੋਂ ਸੁਖ ਲਿਆ ਨਾ ਕਰ, ਸੁਖ ਦਿਆ ਕਰ। ਮੈਂ ਸਮਝ ਨਾ ਸਕਿਆ, ਬੇਨਤੀ ਕੀਤੀ, ਹੇ ਗੁਰੂ, ਮੇਰੀ ਸਮਝ ਵਿੱਚ ਨਹੀਂ ਆਇਆ। ਆਪ ਨੇ ਆਗਿਆ ਕੀਤੀ, ਤੂੰ ਪਰਉਪਕਾਰ ਕੀਤਾ ਕਰ। ਆਪ ਸਾਦਾ ਸੁਥਰਾ ਭੋਜਨ, ਸਾਦਾ ਸੁਥਰਾ ਲੀੜਾ ਵਰਤਿਆ ਕਰ, ਤੇ ਜੋ ਧਨ ਤੇਰਾ ਨਿਰੇ ਭੋਗਾਂ ਵਿੱਚ ਲੱਗਦਾ ਹੈ, ਸੋ ਧਨ ਤੂੰ ਲੂਲੇ, ਲੰਗੜੇ, ਅੰਨੇ, ਮਹਿਟਰ, ਵਿਧਵਾ, ਗਰੀਬ, ਮੁਥਾਜ, ਕਬੀਲਦਾਰ, ਵੱਡ ਪਰਵਾਰੇ, ਅਣਖ ਵਾਲੇ ਪਰ, ਲੋੜਵੰਦ ਔਰ ਹੋਰ ਐਸੇ ਦੁਖੀਆਂ ਦੀ ਮਦਦ ਪਰ ਲਾਇਆ ਕਰ। ਇਹ ਧਨ ਜੋ ਤੇਰੇ ਪਾਸ ਹੈ ਤੇਰਾ ਨਹੀਂ ਹੈ, ਤੇ ਨਾ ਇਹ ਬਰਬਾਦ ਕਰਨ ਵਾਸਤੇ ਤੇਰੇ ਪਾਸ ਹੈ। ਇਹ ਜੋ ਤੈਨੂੰ ਆਪਣੇ ਪਾਸ ਦੀਦਾ ਹੈ, ਇਹ ਅਮਾਨਤ ਹੈ ਜੋ ਗਰੀਬ ਲੋਕਾਂ ਦੀ ਸਹਾਇਤਾ ਲਈ ਸਮਝ ਕੇ ਦਿੱਤੀ ਗਈ ਹੈ। ਇਹ ਉਹਨਾਂ ਦੇ ਦੁੱਖ ਦੂਰ ਕਰਨ ਲਈ ਦਾਰੂ ਹੈ। ਜੇ ਤੂੰ ਇਹ ਨਿਮਾਣੇ ਤੇ ਰੋਗੀ ਕਰਨ ਵਾਲੇ ਭੋਗ ਤਿਆਗ ਕੇ ਲੋਕਾਂ ਨੂੰ ਸੁਖੀ ਕਰੇਗਾ, ਤਦ ਫਲ ਇਹ ਨਿਕਲੇਗਾ ਕਿ ਤੇਰਾ ਮਨ ਨਿਰਮਲ ਹੋਵੇਗਾ। ਉਸ ਵਿੱਚ ਪ੍ਰਸੰਨਤਾ ਰਿਹਾ ਕਰੇਗੀ, ਔਰ ਉਹ ਪ੍ਰਸੰਨਤਾ ਰੰਜ ਵਿੱਚ ਨਹੀਂ ਪਲਟੇਗੀ ਤੇ ਮੌਤ ਉਸ ਨੂੰ ਸਮਾਪਤ ਨਹੀਂ ਕਰ ਸਕੇਗੀ। ਮਹਾਰਾਜ ਜੀ ਦੇ ਇਸ ਹੁਕਮ ਦੀ ਪਾਲਣਾ ਇਸ ਨਿਕਾਰੇ ਕੋਲੋਂ ਮਹਾਰਾਜ ਜੀ ਨੇ ਆਪ ਕਰਵਾਈ, ਔਰ ਮੈਂ ਬੜਾ ਸੁਖੀ ਮਨ ਹੋ ਗਿਆ। ਮੈਂ ਕਦੇ ਸ਼ਰਾਬ ਪੀ ਕੇ ਐਡਾ ਆਨੰਦ ਨਹੀਂ ਹੋਇਆ ਸਾਂ ਕਿ ਜਿਹੜਾ ਇੱਕ ਦਿਨ ਇੱਕ ਗਰੀਬ ਰਾਹਕ ਨੂੰ ਤਪ ਚੜਿਆ ਵੇਖ ਕੇ ਮੈਂ ਉਸ ਦੀ ਥਾਂ ਉਸ ਦੇ ਖੇਤ ਵਿੱਚ ਬੀਜ ਕੇਰਨ, ਸੁਹਾਗਾ ਫੇਰਨ ਤੇ ਕੁਛ ਮਾਇਆ ਦੇਣ ਵਿੱਚ ਡਿੱਠਾ ਸੀ। ਕੁਵੇਲੇ ਦਾ ਤਾਪ ਉਸ ਦੇ ਪਰਿਵਾਰ ਲਈ ਸਾਰੇ ਵਰੇ ਦਾ ਕਾਲ ਤਿਆਰ ਕਰ ਰਿਹਾ ਸੀ। ਇਸੇ ਤਰ੍ਹਾਂ ਜਿਉਂ-ਜਿਉਂ ਮੈਂ ਉਪਕਾਰ ਕੀਤੇ, ਮੈਂ ਖੁਸ਼ ਹੁੰਦਾ ਗਿਆ। ਇਹਨਾਂ ਦਾ ਇੱਕ ਮੱਧਮ ਸਵਾਦ ਵੀ ਆਉਂਦਾ ਹੈ। ਇਸ ਸਵਾਦ ਦੇ ਅਸਲੇ ਤੋਂ ਮੈਨੂੰ ਇਹ ਭਰੋਸਾ ਵੀ ਹੋਇਆ ਹੈ ਕਿ ਮੌਤ ਇਸ ਸਵਾਦ ਨੂੰ ਸੱਚਮੁੱਚ ਭੰਨ ਨਹੀਂ ਸਕੇਗੀ। ਇਹ ਗੁਰੂ ਜੀ ਦੀ ਕਿਰਪਾ ਹੈ। ਮੈਂ ਆਪਣੇ ਪਿੰਡ ਧਰਮਸਾਲ ਵੀ ਬਣਾਈ ਹੈ ਕਿ ਜਿੱਥੇ ਸਤਸੰਗ ਹੁੰਦਾ ਹੈ ਤੇ ਪਰਮੇਸ਼ਰ ਦਾ ਕੀਰਤਨ ਕਥਾ ਹੁੰਦੀ ਹੈ, ਉੱਥੇ ਆਏ ਗਏ ਮੁਸਾਫਰ ਨੂੰ ਟਿਕਾਣਾ ਵੀ ਮਿਲਦਾ ਹੈ। ਪਿੰਡ ਵਿੱਚ ਕੋਈ ਲਾਵਾਰਸ ਰੋਗੀ ਹੋ ਜਾਏ ਤਾਂ ਇੱਕ ਥਾਵੇਂ ਲਿਆ ਕੇ ਦਾਰੂ ਕਰੀਦਾ ਹੈ ਤੇ ਮੁੰਡੇ ਕੁੜੀਆਂ ਨੂੰ ਗੁਰਮੁਖੀ ਅੱਖਰ ਪੜ੍ਹਾਈਦੇ ਹਨ। ਇਸ ਪ੍ਰਕਾਰ ਗੁਰੂ ਆਗਿਆ ਨੇ ਮੈਨੂੰ ਪ੍ਰਸੰਨ ਕਰ ਦਿੱਤਾ ਹੈ। ਅੱਜ ਤੀਕ ਮੈਂ ਖੁਸ਼ ਸਾਂ, ਪਰ ਹੁਣ ਕੁਛ ਦਿਲਗੀਰ ਹੋਇਆ ਹਾਂ ਜੋ ਆਪ ਦੀ ਕਥਾ ਨੇ ਕੀਤਾ ਹੈ। ਅੱਜ ਸਵੇਰੇ ਆਪ ਨੇ ਜੋ ਇਸ ਤੁਕ ਦੀ ਵਿਆਖਿਆ ਕੀਤੀ ਸੀ, ਨਾਮ ਤੁਲ ਕਛ ਅਵਰ ਨਾ ਹੋਏ, ਉਸਨੇ ਮੈਨੂੰ ਹੈਰਾਨ ਕਰ ਦਿੱਤਾ ਹੈ। ਸਤਿਗੁਰਾਂ ਦਾ ਉਪਦੇਸ਼ ਸੀ ਕਿ ਦੇਣਾ ਸੁਖ ਦਾ ਰੂਪ ਹੈ, ਸੋ ਮੈਂ ਸੱਚਾ ਪਾਇਆ ਹੈ। ਉਹਨਾਂ ਦੀ ਆਗਿਆ ਸੀ ਦਿਲ ਨਹੀਂ ਦੁਖਾਉਣਾ, ਬੁਰਾ ਨਹੀਂ ਕਰਨਾ, ਸਗੋਂ ਹੋ ਸਕੇ ਤਾਂ ਭਲਾ ਕਰਨਾ। ਦਿਲ ਨੂੰ ਠੰਡ ਪਾਉਣੀ ਤੇ ਸੁਖ ਦੇਣਾ, ਸੋ ਵੀ ਠੀਕ ਹੈ। ਮੈਂ ਸੁਖੀ ਹਾਂ ਤੇ ਇਸ ਖਿਆਲ ਵਿੱਚ ਹਾਂ ਕਿ ਇਹ ਕਰਮ ਸਭ ਤੋਂ ਉੱਤਮ ਕਰਮ ਹਨ, ਇਹਨਾਂ ਤੋਂ ਪਰੇ ਹੋਰ ਕੁਛ ਨਹੀਂ ਹੈ। ਆਪ ਦੀ ਕਥਾ ਨੇ ਅੱਜ ਦੱਸਿਆ ਹੈ ਕਿ ਇਸ ਤੋਂ ਉੱਪਰ ਕੁਛ ਹੋਰ ਵੀ ਹੈ। ਉਸ ਵੇਲੇ ਦਾ ਦਿਲਗੀਰ ਹਾਂ ਕਿ ਹੋਰ ਇਸ ਤੋਂ ਉੱਚਾ ਕੀ ਹੈ, ਜਿਸ ਦਾ ਮੈਨੂੰ ਪਤਾ ਨਹੀਂ ਹੈ। ਮੌਤ ਦਾ ਵੇਲਾ ਪਤਾ ਨਹੀਂ ਕਦ ਆਉਂਦਾ ਹੈ, ਤੇ ਮੈਂ ਉਸ ਦੇ ਆਉਣ ਤੋਂ ਪਹਿਲਾਂ ਉੱਚੇ ਕਰਮ ਤੋਂ ਵਾਂਝਿਆ ਰਿਹਾ ਤਾਂ ਠੀਕ ਨਾ ਹੋਊ। ਆਪ ਕਿਰਪਾ ਕਰੋ ਤੇ ਮੈਨੂੰ ਰਾਹੇ ਪਾਓ। ਸਾਈਂ ਦਾਸ। ਗੁਰੂ ਸਵਾਰੇ ਜੀ, ਹਕੀਮ ਪਾਸ ਅਨੇਕ ਪ੍ਰਕਾਰ ਦੇ ਰੋਗੀ ਜਾਂਦੇ ਹਨ। ਹਰ ਰੋਗ ਦਾ ਦਾਰੂ ਹਕੀਮ ਪਾਸ ਹੁੰਦਾ ਹੈ। ਰੋਗ ਪਛਾਣ ਕੇ ਯੋਗ ਦਾਰੂ ਹਕੀਮ ਹਰੇਕ ਰੋਗੀ ਨੂੰ ਦਿੰਦਾ ਹੈ। ਇਸੀ ਤਰ੍ਹਾਂ ਅਸੀਂ ਆਤਮ ਰੋਗੀ ਹਾਂ। ਗੁਰੂ ਦਾਨਾ ਹਕੀਮ ਹੈ, ਸਾਡੇ ਰੋਗ ਪਛਾਣ ਕੇ ਸਾਨੂੰ ਯੋਗ ਦਾਰੂ ਦਿੰਦਾ ਹੈ। ਤਿਵੇਂ ਤੁਹਾਡਾ ਰੋਗ ਪਛਾਣ ਕੇ ਗੁਰੂ ਵੈਦ ਨੇ ਤੁਹਾਨੂੰ ਇਹ ਦਾਰੂ ਦਿੱਤਾ ਹੈ। ਤੁਸੀਂ ਇਸੇ ਨੂੰ ਸੇਵੋ, ਤੁਹਾਡੀ ਇਸੇ ਕਰਕੇ ਕਲਿਆਣ ਹੋਵੇਗੀ। ਸਿੰਧੀ। ਇਹ ਤਾਂ ਠੀਕ ਹੈ, ਪਰ ਤੁਸਾਂ ਅੱਜ ਸਾਰੀ ਸੰਗਤ ਨੂੰ ਹੋਰ ਦਾਰੂ ਦੱਸਿਆ ਹੈ। ਤੁਸੀਂ ਵੀ ਵੈਦ ਦੀ ਵਿਦੰਗੀ ਦੇ ਜਾਣੂਆਂ ਵਿੱਚੋਂ ਹੋ।
ਇਹ दारू ਜੋ ਤੁਸਾਂ ਕਿਹਾ ਸੀ, ਇਹਦਾ ਪ੍ਰਕਾਰ ਮੈਨੂੰ ਖੋਲ ਕੇ ਦੱਸੋ। ਭਾਈ ਜੀ, ਪਿਆਰੇ ਜੀ, ਮੈਂ ਕਥਾ ਕਰਨੋਂ ਇਸੇ ਕਰਕੇ ਸੰਕੋਚ ਕਰਦਾ ਹਾਂ, ਪਰ ਕੀ ਕਰਾਂ, ਸੰਗਤ ਦਾ ਹੁਕਮ ਮੋੜਨਾ ਕਠਨ ਹੁੰਦਾ ਹੈ। ਸਿੰਧੀ, ਕਿਸ ਕਰਕੇ? ਭਾਈ ਜੀ, ਕਥਾ ਕਰਨ ਵਾਲਾ ਸਮੁੱਚੇ ਵਾਕ ਆਖਦਾ ਹੈ, ਜੋ ਸਾਰਿਆਂ ਲਈ ਸਾਧਾਰਨ ਜਾਂ ਆਮ ਉਪਦੇਸ਼ ਹੁੰਦਾ ਹੈ, ਜਾਂ ਕਿਸੇ ਇੱਕ ਖਾਸ ਸਰੋਤੇ ਦੀ ਗਾਉਂਦਾ ਹੁੰਦਾ ਹੈ। ਉਹ ਵੈਦ ਦੀ ਤਰ੍ਹਾਂ ਰੋਗ ਪਛਾਣ ਕੇ ਵੱਖ-ਵੱਖ ਹਰੇਕ ਰੋਗੀ ਦੇ ਰੋਗ ਦਾ दारू ਨਹੀਂ ਹੁੰਦਾ। ਸਿੰਧੀ, ਪਰ ਹੁੰਦਾ ਤਾਂ दारू ਹੀ ਹੈ ਨਾ। ਭਾਈ ਜੀ, दारू ਤਾਂ ਹੁੰਦਾ ਹੈ, ਪਰ ਅੱਖਾਂ ਦੀ ਪੀੜ ਵਾਲੇ ਨੂੰ ਫੋੜੇ ਦੀ ਮਲਮ ਦਾ ਕੀ ਗੁਣ? ਜੇ ਤਾਂ ਕਿਸੇ ਨੇ ਕੇਵਲ ਸਮਝ ਸੁਧਾਰਨੀ ਹੋਵੇ ਅਰ ਸਦਾਚਾਰ ਸਿੱਖਣਾ ਹੋਵੇ, ਤਦ ਤਾਂ ਭਲਾਈ ਦੇ ਸਾਧਾਰਨ ਉਪਦੇਸ਼ ਲਾਭਦਾਇਕ ਹੁੰਦੇ ਹਨ। ਪਰ ਜੇ ਕਿਸੇ ਸਾਧਨ ਕਰਕੇ ਆਤਮ ਵਿਦਿਆ ਵਿੱਚ ਕਲਿਆਣ ਦੇ ਦਰਜੇ ਤੇ ਅਪੜਨਾ ਹੋਵੇ, ਤਦ ਉਸ ਦੀ ਸਮਝ ਕਰਨੀ ਤੇ ਮਨ ਦੀ ਮੈਲ ਦੀ ਦਸ਼ਾ ਵਿਚਾਰ ਕੇ दारू ਦੇਣਾ ਠੀਕ ਹੁੰਦਾ ਹੈ। ਸਿੰਧੀ, ਠੀਕ ਹੈ, ਹੁਣ ਤੁਸੀਂ ਮੈਨੂੰ ਪਛਾਣ ਕਰਕੇ ਮੇਰੇ ਲਈ ਦੱਸੋ ਕਿ ਉਪਕਾਰ ਤੋਂ ਵੱਡਾ ਕੀ ਕਰਮ ਹੈ। ਭਾਈ ਜੀ, ਮੈਂ ਕੁਝ ਕਹਿ ਨਹੀਂ ਸਕਦਾ। ਜੋ ਕੁਝ ਤੁਸੀਂ ਭਾਲਦੇ ਹੋ ਤਾਂ ਆਪ ਗੁਰੂ ਜੀ ਹੀ ਦੱਸਣਗੇ। ਹਾਂ, ਸਤਿਗੁਰਾਂ ਤੋਂ ਸੁਣਿਆ ਕੁਝ ਬੇਨਤੀ ਕਰ ਦਿੰਦਾ ਹਾਂ, ਜਿਸ ਕਰਕੇ ਅੱਜ ਦੀ ਦਿਲਗੀਰੀ ਜੋ ਤੁਹਾਨੂੰ ਹੋਈ ਹੈ ਦੂਰ ਹੋ ਜਾਏਗੀ। ਸਿੰਧੀ, ਜੀ ਸਤ ਬਚਨ ਜੀ, ਹੁਕਮ ਕਰੋ, ਆਪ ਵੱਡੇ ਹੋ। ਭਾਈ ਜੀ, ਸਾਡੇ ਮਨ ਦੀਆਂ ਮਹਿਲਾਂ, ਸਾਡੇ ਪਾਪਾਂ ਦੇ ਫਲ, ਸਾਡੀਆਂ ਖੋਟੀਆਂ ਵਾਸ਼ਨਾ, ਮੰਦ ਕਰਮ, ਮੰਦ ਬੋਲ, ਮੰਦਿਆਂ ਦੀ ਪ੍ਰੀਤ, ਜੋ ਕੁਝ ਵੀ ਹੈ, ਸਭ ਇੱਕ ਸ਼ੈ ਦਾ ਫਲ ਹਨ, ਜਿਸ ਨੂੰ ਵਿਛੋੜਾ ਆਖਦੇ ਹਨ। ਅਸੀਂ ਆਪਣੇ ਸਿਰਜਣਹਾਰ ਤੋਂ ਵਿਛੜ ਗਏ ਹਾਂ, ਜਿਕੂ ਨਦੀ ਤੋਂ ਵਿਛੜਿਆ ਜਲ ਟੋਇਆਂ ਵਿੱਚ ਪਿਆ ਤਰਕਦਾ ਹੈ। ਉਕਰ ਅਸੀਂ ਵਿਛੜ ਕੇ ਦੁਖੀ ਹੁੰਦੇ ਹਾਂ। ਜਿਕੂ ਅੱਗ ਤੋਂ ਵਿਛੜਿਆ ਅੰਗਾਰਾ ਕਾਲਾ ਹੋ ਕੇ ਕੋਲਾ ਹੋ ਜਾਂਦਾ ਹੈ, ਉਕਰ ਅਸੀਂ ਕਾਲੇ ਹੋ ਰਹੇ ਹਾਂ। ਹੁਣ ਸਾਧਨ ਇਹ ਹੈ ਕਿ ਟੋਏ ਦੇ ਜਲ ਦਾ ਨਦੀ ਦੇ ਜਲ ਨਾਲੋਂ ਵਿਛੋੜਾ ਦੂਰ ਕਰ ਦਿਓ, ਮੈਲ ਨਾ ਰਹੂ। ਕਾਲੋਂ ਭਰੇ ਕੋਲੇ ਨੂੰ ਅੱਗ ਦਾ ਮਿਲਾਪ ਕਰਾ ਦਿਓ, ਕਾਲਕ ਕਿਤੇ ਜਾਓ। ਇਹ ਵਿਛੋੜਾ ਦੂਰ ਹੋਣਾ ਬੜਾ ਔਖਾ ਹੈ, ਕਿਉਂਕਿ ਮੁੱਦ ਤਾਂ ਉਲਟੇ ਤੁਰ ਤੁਰ ਕੇ ਅਸੀਂ ਆਪਣੇ ਤੇ ਆਪਣੇ ਕਾਰਨ ਸਿਰਜਣਹਾਰ ਅਕਾਲ ਪੁਰਖ ਦੇ ਵਿਚਕਾਰ ਭਾਰੀ ਵਿਥ ਪਾਈ ਤੇ ਵਧਾਈ ਹੈ। ਅਸੀਂ ਉਹ ਕੰਮ ਕਰਦੇ ਹਾਂ ਜਿਨ੍ਹਾਂ ਕਰਕੇ ਅਸੀਂ ਉਸ ਤੋਂ ਅਡਰੇ ਤੇ ਆਪਣੇ ਆਪ ਵਿੱਚ ਇੱਕ ਪੂਰੀ ਵੱਖਰੀ ਸ਼ੈ ਬਣ ਕੇ ਵਿਚਰੀਏ। ਅਸੀਂ ਆਪਣੇ ਜੀਵਨ ਨੂੰ ਐਸਾ ਬਣਾ ਲਿਆ ਹੈ ਕਿ ਜਿਸ ਵਿੱਚ ਅਸੀਂ ਸਮਝਦੇ ਹਾਂ ਕਿ ਆਪਣੇ ਕਾਰਨ ਦੀ ਸਾਨੂੰ ਕੋਈ ਲੋੜ ਹੀ ਨਹੀਂ ਹੈ, ਐਵੇਂ ਹੀ ਕੰਮ ਰਾਸ ਹਨ। ਪਰ ਜਿਸ ਨੂੰ ਅੰਤ ਮਰ ਜਾਣ ਦੀ ਸੋਚ ਫੁਰੇ, ਭੋਗਾਂ ਤੋਂ ਉਪਜੇ ਰੋਗਾਂ ਦਾ ਕਲੇਸ਼ ਚੁੱਭੇ, ਉਹ ਚੁਕੰਨਾ ਹੋ ਕੇ ਦੇਖਦਾ ਹੈ ਕਿ ਇਹ ਮੇਰੇ ਮਨ ਦੇ ਸੁਰਗ ਦੇ ਝੂਟੇ ਤਾਂ ਮੈਨੂੰ ਛਲ ਗਏ, ਸਰੀਰ ਨਾਸ਼ ਹੋ ਗਿਆ ਤੇ ਮੌਤ ਆ ਰਹੀ ਹੈ, ਹੁਣ ਕੀ ਬਣੇ। ਉਹ ਜੇ ਭਾਲ ਕਰਦਾ ਸਿਆਣੇ ਵੈਦ ਕੋਲ ਅਪੜੇ ਤਾਂ दारू ਹੁੰਦਾ ਹੈ। दारू ਕੀ ਹੁੰਦਾ ਹੈ? दारू ਐਸਾ ਹੁੰਦਾ ਹੈ ਕਿ ਜਿਸ ਨਾਲ ਕਾਰਨ ਨਾਲ ਮੇਲ ਹੋ ਜਾਵੇ। ਤੁਸੀਂ ਹੁਣ ਆਪਣੀ ਗੱਲ ਲਾਓ। ਤੁਹਾਨੂੰ ਗੁਰੂ ਜੀ ਨੇ ਨਿਸ਼ਕਾਮ ਸੇਵਾ ਰੂਪ दारू ਦੱਸਿਆ ਹੈ। ਇਸ ਸੇਵਾ ਦਾ ਕੀ ਅਸਰ ਹੁੰਦਾ ਹੈ? ਠੀਕ ਉਸ ਸੁਭਾਅ ਤੋਂ ਪੁੱਠਾ ਕਿ ਜੋ ਅਸਾਂ ਆਪ ਬਣਾ ਲਿਆ ਸੀ। ਅਸਾਂ ਸੁਭਾਅ ਸਵਾਰਥ ਦਾ ਬਣਾਇਆ ਹੈ। ਅਸਾਂ ਆਪਣੇ ਨਫੇ ਦੀ ਵਾਦੀ ਪਕਾਈ ਹੈ। ਗੱਲ ਕੀ ਅਸਾਂ ਆਪਣਾ ਤੋਰ ਇਹ ਬਣਾਇਆ ਹੋਇਆ ਹੈ ਕਿ ਜਿੱਥੋਂ ਹੋਵੇ ਤੇ ਕਿਸ ਤਰ੍ਹਾਂ ਹੋਵੇ ਸਾਨੂੰ ਲਾਭ ਹੋਵੇ। ਇਸ ਸੁਭਾਅ ਵਿੱਚ ਆਪਣਾ ਆਪ ਸਭ ਤੋਂ ਵੱਖਰਾ ਤੇ ਲੈਣ ਦੀ ਇੱਛਾ ਵਿੱਚ ਗਲਤਾਨ ਹੁੰਦਾ ਆਪਣੇ ਆਪ ਨੂੰ ਇਸੇ ਇੱਛਾ ਦੇ ਘੇਰੇ ਵਿੱਚ ਘੇਰੀ ਜਾਂਦਾ ਹੈ। ਇਸ ਆਪਣੇ ਲਾਭ ਦੀ ਸੋਚ ਵਿੱਚ ਅਸਾਂ ਨੇ ਆਪਣੇ ਸਰੀਰ ਦੀ ਪਾਲਣਾ ਤੇ ਰੱਖਿਆ, ਆਪਣੇ ਪਰਿਵਾਰ ਦੀ ਪਾਲਣਾ, ਰੱਖਿਆ ਤੇ ਸਿੱਖਿਆ ਆਦਿ ਦੀਆਂ ਲੋੜਾਂ ਨੂੰ ਹੀ ਮੁੱਖ ਨਹੀਂ ਰੱਖਿਆ, ਸਗੋਂ ਅਸਾਂ ਇਸ ਤੋਂ ਬਹੁਤ ਵੱਧ ਕੰਮ ਕੀਤਾ ਹੈ। ਇੱਥੋਂ ਤਾਈਂ ਕਿ ਦੂਸਰੇ ਨਾਲ ਦਗੇ ਕੀਤੇ ਹਨ।
ਤੇ ਦੂਸਰਿਆਂ ਦੀ ਤਬਾਹੀ ਕਰਕੇ ਆਪਣਾ ਫਾਇਦਾ ਕਰਨ ਵਿੱਚ ਵੀ ਸੰਕੋਚ ਨਹੀਂ ਕੀਤਾ। ਮੇਰਾ ਮਤਲਬ ਹੈ ਕਿ ਆਮ ਇਨਸਾਨ ਇਹ ਕੁਝ ਕਰ ਰਹੇ ਹਨ, ਪਰ ਤੁਸੀਂ ਸੋਚ ਕੇ ਦੇਖੋ ਕਿ ਐਸਾ ਕਰਨ ਨਾਲ ਸਾਡੇ ਅੰਦਰ ਕੀ ਵਰਤਦਾ ਹੈ। ਜਦੋਂ ਅੰਦਰ ਆਪਾ ਲੋਚੀਦਾ ਹੈ ਤੇ ਦੂਜਿਆਂ ਨਾਲ ਛਲ ਧੱਕੇ ਕਰੀਦੇ ਹਨ ਤਾਂ ਦੂਜਿਆਂ ਤੋਂ ਆਪ ਨੂੰ ਨਿਖੇੜ ਲਈਦਾ ਹੈ। ਭਾਵੇਂ ਜਗਤ ਵਿੱਚ ਪਏ ਵਸੀਏ, ਪਰ ਮਨੋਂ ਤਾਂ ਵੱਖਰੇ ਹੋ ਜਾਈਦਾ ਹੈ। ਦੂਜੇ ਪਾਸੇ ਤੱਕੋ ਕਿ ਅਕਾਲ ਪੁਰਖ ਦਾ ਗੁਣ ਜਾਂ ਸੁਭਾਅ ਹੈ ਦੇਣਾ। ਅਸਾਂ ਸੁਭਾਅ ਬਣਾਇਆ ਲੈਣਾ ਤੇ ਲੈਣ ਵੀ ਦੁੱਖ ਤੱਕ ਦੇ ਕੇ ਬੁਰਾਈ ਕਰਕੇ। ਸੋ ਸਾਡਾ ਮਨ ਵਾਹਿਗੁਰੂ ਦੇ ਸੁਭਾਅ ਤੋਂ ਉਲਟਵਾਂ ਹੋ ਗਿਆ। ਇਹ ਉਸ ਨਾਲ ਵਿਥ ਪੈ ਗਈ। ਇਹ ਮੈਂ ਪਹਿਲੋਂ ਦੱਸਿਆ ਹੈ ਕਿ ਐਸਾ ਆਦਮੀ ਸ੍ਰਿਸ਼ਟੀ ਤੋਂ ਵੀ ਵਿਛੜਦਾ ਹੈ। ਹੁਣ ਦਾਰੂ ਇਹ ਹੈ ਕਿ ਇਸ ਸੁਭਾਅ ਦੇ ਉਲਟ ਤੁਰੋ। ਲਉ ਲਈ ਤ੍ਰਿਸ਼ਨਾ ਅਤ੍ਰਿਪਤ ਮਨ ਮਾਏ। ਲਉ ਲਈ ਤ੍ਰਿਸ਼ਨਾ ਅਤ੍ਰਿਪਤ ਮਨ ਮਾਏ ਦੇ ਸੁਭਾਅ ਦੇ ਉਲਟ ਦਾਨ ਦੇਣਾ ਸ਼ੁਰੂ ਕਰੇ ਤਾਂ ਅੰਦਰ ਦੇਣ ਦਾ ਸੁਭਾਅ ਵਧੇਗਾ, ਜਿਸ ਨਾਲ ਮਨ ਵਿਸ਼ਾਲ ਹੋ ਜਾਏਗਾ ਤੇ ਦੁਜੈਗੀ ਘਟ ਜਾਏਗੀ। ਫਿਰ ਦੇਣ ਦੇ ਸੁਭਾਅ ਪਿਆਂ ਅੰਦਰ ਉਹ ਸੁਭਾਅ ਆਇਆ ਜੋ ਪਰਮੇਸ਼ਰ ਦਾ ਹੈ। ਇਸ ਤਰ੍ਹਾਂ ਸਾਈਂ ਨਾਲ ਵਿਥ ਕੱਟੇਗੀ। ਦੇਣ ਦਾ ਸੁਭਾਅ ਕਦੇ ਕਦੇ ਕਿਸੇ ਹਾਉ ਨਾਲ ਵੀ ਪੈਂਦਾ ਹੈ ਕਿ ਜਿਸ ਨਾਲ ਮੈਂ ਦਾਨ ਦਾ ਵਰਤਾਓ ਕਰਦਾ ਹਾਂ ਉਹ ਮੈਨੂੰ ਚੰਗਾ ਸਮਝੇ ਤੇ ਲੋਕਾਂ ਵਿੱਚ ਮੈਂ ਦਾਤਾ ਮਸ਼ਹੂਰ ਹੋਵਾਂ। ਕਦੇ ਇਸ ਤੋਂ ਵੀ ਉੱਤਮ ਭਾਵ ਆਉਂਦਾ ਹੈ ਕਿ ਦਾਨ ਨਾਲ ਮੈਨੂੰ ਮਰ ਕੇ ਸੁੱਖ ਮਿਲੇਗਾ। ਇਸ ਤਰ੍ਹਾਂ ਵਿਚਾਰ ਨਾਲ ਦਾਨ ਕਰਦਿਆਂ ਕਿਸੇ ਦਿਨ ਨਿਸ਼ਕਾਮ ਦਾਨ ਦਾ ਵੱਲ ਵੀ ਆ ਜਾਂਦਾ ਹੈ। ਜਦੋਂ ਇਹ ਜੀਵ ਦਾਨ ਕੇ ਨੇਕੀ ਕਾਮਨਾ ਛੱਡ ਕੇ ਕਰਨ ਲੱਗ ਪੈਂਦਾ ਹੈ, ਤਦੋਂ ਸੇਵਾ ਵਿੱਚੋਂ ਇੱਕ ਸਵਾਦ ਤੇ ਸੁੱਖ ਨਿਕਲ ਪੈਂਦਾ ਹੈ ਜੋ ਲੋਕਾਂ ਦੀ ਵਾਹ ਤੇ ਸਵਰਗਾਂ ਦੀ ਵਾਸ਼ਨਾ ਤੋਂ ਵੀ ਬੇਲੋੜਿਆਂ ਕਰ ਦਿੰਦਾ ਹੈ। ਫਿਰ ਦੁਹਰਾ ਦਈਏ, ਜਦੋਂ ਇਹ ਜੀਵ ਦਾਨ ਕੇ ਨੇਕੀ ਕਾਮਨਾ ਛੱਡ ਕੇ ਕਰਨ ਲੱਗ ਪੈਂਦਾ ਹੈ, ਤਦੋਂ ਸੇਵਾ ਵਿੱਚੋਂ ਇੱਕ ਸਵਾਦ ਤੇ ਸੁੱਖ ਨਿਕਲ ਪੈਂਦਾ ਹੈ ਜੋ ਲੋਕਾਂ ਦੀ ਵਾਹ ਤੇ ਸਵਰਗਾਂ ਦੀ ਵਾਸ਼ਨਾ ਤੋਂ ਵੀ ਬੇਲੋੜਿਆ ਕਰ ਦਿੰਦਾ ਹੈ। ਉਹ ਸਵਾਦ ਕਾਹਦਾ ਹੁੰਦਾ ਹੈ? ਉਹ ਆਪਣੇ ਕਾਰਨ ਦੀ ਠੰਡੀ ਹਵਾ ਹੁੰਦੀ ਹੈ। ਅਰਥਾਤ ਜਦ ਮਨ ਵਿੱਚੋਂ ਹਉ ਪਤਲੀ ਪੈਂਦੀ ਹੈ ਤਾਂ ਕੂੜ ਦੀ ਪਾਲ ਘਟਦੀ ਹੈ, ਤਦ ਆਪਣੇ ਕਾਰਨ ਅਕਾਲ ਪੁਰਖ ਵਿੱਚੋਂ ਅਸਲੀ ਸੁਖ ਤੇ ਮੱਧਮ ਰੁਮ ਕੇ ਆਉਣ ਲੱਗ ਪੈਂਦੇ ਹਨ। ਸਿੰਧੀ, ਪਰ ਜੀ ਇਹ ਲੈਣ ਦਾ ਜਾਂ ਸਵਾਰਥ ਖੁਦਗਰਜ਼ੀ ਦਾ ਸੁਭਾਅ ਸਾਨੂੰ ਕਿੱਥੋਂ ਪਿਆ? ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।